ना खुदाए तू बख्शंदगी, शेख फरीद खैर दीजै बंदगी। हर दूजड़ी लाभ सतगुर पुरख मिलाया बलराम जियो। निर्भव भै मन होए हउमै मैल गवाया बलराम जियो। निर्मल भाव पाया हर गुण गाया, हर वेखै राम हदूरे। हर आत्म राम पसारिया स्वामी, सर्व रहा भरपूरे। अंतर बाहर हर प्रभ एको, मिल हर जन मंगल गाए। जन नानक दूजी लाभ चलाई, अनहद शब्द बजाए। जन नानक दूजी लाभ चलाई, अनहद शब्द बजाए। वाहिगुरु जी का खालसा, वाहिगुरु जी की फतेह। जुगो जुग अटल चवर छतर तख्त दे मालक। शब्द सतगुरु 10 पातशाहियों की जोत धन धन श्री गुरु ग्रंथ साहिब महाराज जिन्हां दी पावन पवित्र मुकद्दस गोद अंदर ढलदी हुई शाम गुरु का दरबार सजदा है। रोज़ाना की तरह आप संगत जी ने भाई साहब पासों रहरास साहिब जी का पाठ सरवण किया है। अरदास ਅਤੇ हुक्मनामा साहिब आप जी ने सरवण किया ਅਤੇ जो लड़ीवार असी 4 लावां जिस दे द्वारा हर गुरु दरबार विच जो गृहस्थ आरंभ करता है गुरु की असीस दे नाल, वो इन्हां लावां दे द्वारा हुंदा है। सो एक लाव का पाठ विचार गुरु रामदास पातशाह की असी असीस बख्शिश सदका विचारनी की है। अगली लाम का पाठ आप जी ने सरवण किया है। ਅਤੇ नाल ही अज श्रोमणी भगतां दे विचों भगत बाबा फरीद शकरगंज उन्हां दा आगमन पुरब है। सो उन्हां दे प्रथाए कुछ समय अनुसार उन्हां दी जीवन जाच हिस्टरी दे नाल संबंध कुछ विचार करांगे। सो आओ गुरु बाबा जी इस आलमी बाकां की विचार करो। एक बार सारे रसना पवित्र करिए, फिर शब्द विचार रखो। वाहिगुरु वाहिगुरु। सतगुरु गुरु रामदास पातशाह जी कल 4 लावा जिहड़ियां ने मैं कल भी जिक्र कर रहा सी, इन्हां नूं इकट्ठे ही समझना पैंदा है भी एक विचार तो असीं पूरी दी पूरी लई, पर अगली लाव दूसरी लाव तक लैके जाती है। जिमें असीं स्टेयर चढ़ते हैं जां पौड़ी ते चढ़ते हैं ना, एक डंडा जदों असीं पैर रखते हैं सैकंड ते जाण दे लई जिहड़ा फस्ट वाला है सानूं सपोर्ट करता है, फिर असीं सैकंड ते आने, अदरवाइज नहीं चढ़ सकते। फस्ट वाला जिहदे ते असीं स्टैप ते पैर रखते हैं वो सानूं सपोर्ट करता है पूरी, फिर साडी बॉडी सैकंड ते जाती है। भावें असीं जपजी साहिब की बाणी विच 5 खंडां की गल करते हैं, उस तरह ही ये लावां दा
ਉਹਦੇ ਵਿੱਚ ਵੀਰੇ ਜਦੋਂ ਖੰਡਾਂ ਦੀ ਗੱਲ ਕਰਦੇ ਹਾਂ ਬਿਲਕੁਲ ਨਾਲ ਜਾ ਕੇ ਜਿੱਥੇ ਖੰਡ ਖਤਮ ਹੁੰਦਾ ਹੈ ਉਹ ਅਗਲਾ ਖੰਡ ਫਿਰ ਸ਼ੁਰੂ ਹੁੰਦਾ। ਪਹਿਲੇ ਵਾਲੇ ਦੀ ਗੱਲ ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਧਰਮ ਖੰਡ ਦੀ ਤਾਂ ਜਦ ਕਿ ਵਾਰਤਾ ਪਿੱਛੇ ਪੂਰੀ ਹੋ ਜਾਂਦੀ ਹੈ, ਪਰ ਜਿਹੜੀ ਪੰਕਤੀ ਆਰੰਭ ਵਿੱਚ ਹੈ ਧਰਮ ਖੰਡ ਕਾ ਆਖੋ ਧਰਮ, ਗਿਆਨ ਖੰਡ ਕਾ ਇਹੋ ਕਰਮ, ਫਿਰ ਅੱਗੇ ਸ਼ੁਰੂ ਹੁੰਦੀ ਬਾਤ। ਇਸ ਤਰ੍ਹਾਂ ਜੁਆਇੰਟ ਨਹੀਂ ਹੈ, ਕਿਉਂਕਿ ਉਹਦਾ ਰੀਜ਼ਨ ਕਿ ਗੁਰੂ ਸਾਹਿਬ ਇਸ ਤਰ੍ਹਾਂ ਬਾਣੀ ਦੇ ਨਾਲ ਨਾ ਇਕੱਠਿਆਂ ਜਿਹੜਾ ਵਿਸ਼ਾ ਸਬਜੈਕਟ ਹੈ ਉਹਨੂੰ ਤੋੜਦੇ ਨਹੀਂ ਹੈ। ਖੈਰ ਅਸੀਂ ਕੱਲ੍ਹ ਇਹ ਗੱਲ ਕਹਿ ਰਹੇ ਸੀ ਕਿ ਗੁਰੂ ਮਹਾਰਾਜ ਨੇ ਕਿਹਾ ਸੀ ਨਾ ਵੀ ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ। ਗੁਰੂ ਮਹਾਰਾਜ ਕਹਿੰਦੇ ਜਿਵੇਂ ਪਰਵਿਰਤ ਹੋਣਾ ਹੈ ਇੱਕ ਗ੍ਰਸਤੀ ਦੇ ਲਈ, ਮੈਰਿਜ ਜਿਹੜੀ ਹੁੰਦੀ ਹੈ ਨਾ ਜਿਹਨੂੰ ਅਸੀਂ ਵਿਆਹ ਦੀ ਗੱਲ ਕਰਦੇ ਹਾਂ, ਕਿਉਂਕਿ ਉਹੀ ਅਸੀਂ ਵਾਰਤਾ ਵਾਰ-ਵਾਰ ਚੱਲਣੀ ਹੈ, ਉਹਦੇ ਲਈ ਪਰਵਿਰਤ ਹੋਣਾ ਜ਼ਰੂਰੀ ਹੈ, ਸੰਸਾਰ ਵਿੱਚ ਪਰਵਿਰਤ ਹੋਣਾ। ਪਰ ਸੰਸਾਰ ਵਿੱਚ ਪਰਵਿਰਤ ਰਹਿਣਾ ਕਿਵੇਂ ਹੈ, ਉਹਦੇ ਤੋਂ ਨਿਵਰਤ ਹੋਣਾ ਹੈ। ਫਿਰ ਤੂੰ ਆਪਣੇ ਧਰਮ ਨੂੰ ਦ੍ਰਿੜ ਕਰਨਾ ਹੈ। ਧਰਮ ਨੂੰ ਗੁਰੂ ਮਹਾਰਾਜ ਕਹਿੰਦੇ, ਜਿਵੇਂ ਮੈਂ ਕੱਲ੍ਹ ਕਿਹਾ ਸੀ ਵੀ ਧਰਮ ਦਾ ਅਰਥ ਕੇਵਲ ਓਨਲੀ ਕਿਸੇ ਖਾਸ ਸੰਪਰਦਾਇ ਨਹੀਂ ਮੰਨਣਾ। ਅਕੋਰਡਿੰਗ ਟੂ ਜੇ ਤੁਸੀਂ ਦੇਖੋ ਕਿਤੇ ਕਾਹਨ ਸਿੰਘ ਨਾਭਾ ਨੂੰ ਪੜ੍ਹੋ, ਉਹਨਾਂ ਦਾ ਮਹਾਨ ਕੋਸ਼, ਉਹਨਾਂ ਨੇ ਧਰਮ ਦੇ ਅਰਥ ਕਾਫੀ ਕੀਤੇ ਨੇ। ਇੱਕ ਧਰਮ ਦਾ ਮਤਲਬ ਅਸੀਂ ਕਹਿੰਦੇ ਜੀ ਲਿਖੋ ਧਰਮ ਦਾ ਸਿਰਫ ਜਿਵੇਂ ਅਸੀਂ ਚਾਰ ਧਰਮ, ਸਿੱਖ ਧਰਮ ਕਹਿ ਲਿਆ, ਬੁੱਧਾਇਜ਼ਮ, ਜੋਡਾਇਜ਼ਮ, ਕ੍ਰਿਸ਼ਨੈਟੀ ਨਹੀਂ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ, ਸੁਖਮਨੀ ਸਾਹਿਬ ਦੀ ਗੱਲ ਕਰਦੇ, ਮਹਾਰਾਜ ਕਹਿੰਦੇ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਕਿਹੜਾ, ਹਰ ਕੋ ਨਾਮ ਜਪ ਨਿਰਮਲ ਕਰ। ਪ੍ਰਭੂ ਦਾ ਨਾਮ, ਰੱਬ ਜੀ ਦੀ ਯਾਦ ਜਿਹੜੀ ਹੈ ਨਾ, ਦੈਟ ਇਜ਼ ਸਭ ਤੋਂ ਜਿਹੜਾ ਹੈ ਮੇਨ ਧਰਮ ਹੈ, ਹੋਰ ਕੋਈ ਨਹੀਂ। ਜੇ ਅਸੀਂ ਇਹਨੂੰ ਹੋਰ ਥੋੜ੍ਹਾ ਜਿਹਾ ਮੈਂ ਵਿਚਾਰ ਕਰਾਂ, ਰੱਬ ਦਾ ਮਿਲਣਾ ਕੀ ਹੈ, ਰੱਬ ਕੀ ਹੈ, ਰੱਬ ਐਜ਼ ਏ ਅਸੀਂ ਸਾਡਾ ਜਿਹੜਾ ਕੌਨਸੈਪਟ ਬਹੁਤਾ ਇਸ ਤਰ੍ਹਾਂ ਹੀ ਹੁੰਦਾ ਨਾ, ਜਿਵੇਂ ਲਾਈਕ ਅਸੀਂ TV 'ਤੇ ਦੇਖ ਲਿਆ ਜੀ ਫਲਾਣੇ ਦੇ ਇਸ ਤਰ੍ਹਾਂ ਆ ਕੇ ਰੱਬ ਪ੍ਰਗਟ ਹੋਇਆ, ਦਰਸ਼ਨ ਦਿੱਤੇ, ਰਾਈਟ, ਉਵੇਂ ਨਹੀਂ ਹੈ। ਜਿਵੇਂ ਮੈਂ ਇਹ ਕਹਿੰਦਾ ਸਾਡੇ ਅੰਦਰ ਸਾਰਾ ਕੁਝ ਆ, ਕਈ ਵਾਰੀ ਮੈਂ ਜ਼ਿਕਰ ਕੀਤਾ, ਹੁਣ ਸਾਰੇ ਬੈਠੇ ਹੋ, ਤੁਹਾਨੂੰ ਕਿਸੇ ਨੂੰ ਗੁੱਸਾ ਆ ਰਿਹਾ ਨਹੀਂ ਨਾ, ਪਰ ਗੁੱਸਾ ਸਾਡੇ ਅੰਦਰ ਹੈ, ਐਂਗਰ ਸਾਡੇ ਅੰਦਰ ਹੈ, ਲਸਟ ਕਾਮ ਵਾਸਨਾ ਸਾਡੇ ਅੰਦਰ ਹੈ, ਈਰਖਾ ਸਾਡੇ ਅੰਦਰ ਹੈ, ਪਰ ਉੱਠਦਾ ਨਹੀਂ ਹੈ, ਨਹੀਂ ਹੈ। ਪਰ ਜਦੋਂ ਆ ਜਾਂਦਾ ਮਾੜੀ ਜਿਹੀ ਗੱਲ 'ਤੇ ਆ ਜਾਂਦਾ, ਜਦੋਂ ਤੁਹਾਨੂੰ ਗੁੱਸਾ ਆਇਆ ਹੁੰਦਾ ਤੁਸੀਂ ਕਹਿੰਦੇ ਮੈਨੂੰ ਗੁੱਸਾ ਆ ਗਿਆ ਮੀਨਜ਼ ਕਿੱਥੋਂ ਆਇਆ, ਕਿੱਥੋਂ ਕੈਰੀ ਕੀਤਾ ਤੁਸੀਂ? ਕੋਈ ਤੁਰਿਆ ਜਾਂਦਾ ਤਾਂ ਨਹੀਂ ਦੇਗਾ ਵੀ ਤੁਹਾਡੀ ਜੇਬ 'ਚ ਪਾ ਕੇ ਲਓ ਜੀ ਤੁਹਾਨੂੰ ਗੁੱਸਾ ਆਏਗਾ, ਕਿੱਥੋਂ ਆਇਆ? ਇਸੇ ਤਰ੍ਹਾਂ ਹਾਸਾ ਆ ਗਿਆ, ਕੁਝ ਇਸ ਤਰ੍ਹਾਂ ਨਹੀਂ ਹੁੰਦਾ ਵੀ ਹਾਸਾ ਕੋਈ ਹੋਰ ਦਿਖਿਆ, ਨੋ, ਸਾਡੇ ਅੰਦਰ ਹੀ ਹੁੰਦਾ। ਰੋਣਾ ਆ ਗਿਆ, ਕ੍ਰੋਧ ਆ ਗਿਆ, ਈਰਖਾ ਆ ਗਈ, ਇਸੇ ਤਰ੍ਹਾਂ ਸਭ ਕੁਝ ਸਾਡੇ ਅੰਦਰ ਹੀ ਹੈ। ਹਾਂ ਤੁਸੀਂ ਉਹਨੂੰ ਪ੍ਰਗਟ ਕੀ ਕਰਨਾ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੈ। ਹਾਂ ਇਹਦੇ ਸੋਰਸ ਜਿਹੜੇ ਨੇ ਆਊਟਸਾਈਡ ਨੇ, ਬਹਿਰੂਨੀ ਤੌਰ 'ਤੇ, ਬਾਹਰੀ ਤੌਰ 'ਤੇ ਨੇ। ਤੁਹਾਨੂੰ ਗੁੱਸਾ ਆਇਆ, ਬਾਹਰੋਂ ਆਇਆ, ਕੁਝ ਬਾਹਰੋਂ ਦੇਖਿਆ, ਉਹਨੂੰ ਪ੍ਰਗਟ ਅੰਦਰੋਂ ਕੀਤਾ। ਇਸੇ ਤਰ੍ਹਾਂ ਹਰ ਇੱਕ ਚੀਜ਼ ਜਿਹੜੀ ਹੈ ਇਸ ਤਰ੍ਹਾਂ ਦੀ ਸਾਡੇ ਅੰਦਰ ਨੇ। ਜੇ ਸੱਚ ਹੈ ਉਹ ਵੀ ਸਾਡੇ ਅੰਦਰ ਹੈ, ਝੂਠ ਹੈ ਉਹ ਵੀ ਅੰਦਰ ਹੈ, ਬਾਹਰੋਂ ਨਹੀਂ ਹੁੰਦਾ ਕਿਤੇ। ਧਰਮ ਵੀ ਅੰਦਰ ਹੈ, ਕਰਮ ਵੀ ਅੰਦਰ ਹੈ, ਕ੍ਰੋਧ ਵੀ ਅੰਦਰ ਹੈ, ਨਿਮਰਤਾ ਵੀ ਅੰਦਰ ਹੈ, ਸਹਿਜ, ਪੇਸ਼ੈਂਸ, ਟੋਲਰੈਂਸ, ਇਹ ਸਾਡੇ ਅੰਦਰ ਹੀ ਨੇ, ਬਾਹਰੋਂ ਕਿਤੋਂ ਨਹੀਂ ਆਉਂਦੀਆਂ। ਸਪੋਜ਼ ਕਰੋ ਜਿਵੇਂ ਨਾ ਦੁਕਾਨ ਕਹਿ ਲਓ ਜਾਂ ਅਸੀਂ ਰਸੋਈ ਕਹਿ ਲਓ, ਉਹਦੇ ਵਿੱਚ ਉਹਦਾ ਸਮਾਨ ਸਾਰੇ ਹੀ ਹੁੰਦਾ ਹੈ, ਜਿਹੜਾ ਤੁਹਾਨੂੰ ਯੂਜ਼ਿੰਗ ਤੁਹਾਨੂੰ ਚਾਹੀਦੀ ਤੁਸੀਂ ਯੂਜ਼ ਕਰ ਦਿਓ। ਕਿਸੇ ਨੇ ਤਾਂ 24 ਘੰਟੇ ਹੀ ਰਹਿੰਦਾ ਹੈ, ਕਿਉਂ? ਉਹ ਯੂਜ਼ ਹੀ ਇੰਨਾ ਕਰਦਾ ਗੁੱਸੇ ਨੂੰ, ਜਦੋਂ ਦੇਖੋ ਗੁੱਸੇ ਵਿੱਚ, ਕ੍ਰੋਧ ਵਿੱਚ। ਸੇਮ ਇਸੇ ਤਰ੍ਹਾਂ ਹੀ ਰੱਬੀ ਜਿਸ ਚੀਜ਼ ਨੂੰ ਤੁਸੀਂ ਬਿਲੋਂਗ ਕਰਦੇ ਹੋ, ਯਾਦ ਕਰਦੇ ਹੋ, ਉਹ ਆ ਜਾਂਦੀ ਹੈ, ਪ੍ਰਗਟ ਹੋ ਜਾਂਦੀ ਹੈ। ਸਾਡੇ ਅਸੀਂ ਈਰਖਾ ਨੂੰ ਪ੍ਰਗਟ ਕਰ ਲਓ, ਕਿੰਨੀ ਮਰਜ਼ੀ ਈਰਖਾ ਕਰੀ ਜਾਓ, ਦਿਸਣਾ ਅਸੀਂ ਪ੍ਰਗਟ ਕਰਦੇ ਹਾਂ ਅੰਦਰੋਂ ਉਹਨੂੰ। ਜੇ ਤੁਸੀਂ ਰੱਬ ਨੂੰ ਮਿਲਣਾ ਹੈ, ਰੱਬ ਵੀ ਅੰਦਰੋਂ ਹੀ ਪ੍ਰਗਟ ਹੋਣਾ ਹੈ। ਅੱਜ ਤੱਕ ਅਸੀਂ ਕਹਿੰਦੇ ਰਹੇ ਰੱਬ ਤਾਂ ਜੀ ਬੰਦੇ ਦੇ ਅੰਦਰ ਹੀ ਆ, ਕੌਣ ਵੇਖਦਾ ਹੈ? ਰੱਬ ਅੰਦਰ ਹੀ ਹੈ ਅੰਦਰ ਹੀ। ਬਾਣੀ ਨੇ ਵੀ ਕਿਹਾ ਹੈ, ਗੁਰੂ ਸਾਹਿਬ ਕਹਿੰਦੇ ਨੇ, ਹੋਰ ਕਿਤੇ ਨਹੀਂ, ਬੰਦੇ ਖੋਜ ਦਿਲ ਹਰ ਰੋਜ਼।
ਅੰਦਰ ਨੂੰ ਖੋਜ ਤਾਂ ਸੀ, ਬਹੁਤ ਕੁਝ ਪਿਆ ਅੰਦਰ। ਬਾਣੀ ਨੇ ਦਿੱਤਾ ਕਿ ਵੀ ਇਹ ਤਾਂ ਬੜਾ ਸਭ ਪੂਰੀ ਸ੍ਰਿਸ਼ਟੀ ਜਿੰਨਾ ਗਿਆਨ ਹੈ ਨਾ ਸਾਡੇ ਯੂਨੀਵਰਸਲ ਦੇ ਅੰਦਰ, ਇਹ ਸਾਰਾ ਕਿਤੋਂ ਨਹੀਂ ਆਇਆ। ਕਿੱਥੋਂ ਆਇਆ? ਇਹ ਸਾਡੇ ਬੰਦੇ ਦੇ ਅੰਦਰ ਹੀ ਆਇਆ। ਕਿਸੇ ਨੇ ਆਪਣੇ ਦਿਮਾਗ ਤੋਂ ਟਿਊਬ ਬਣਾ ਦਿੱਤੀ, ਕਿਸੇ ਨੇ ਬਲਬ ਬਣਾਤਾ, ਕਿਸੇ ਨੇ ਪੱਖਾ ਬਣਾਤਾ, ਕਿਸੇ ਨੇ ਕੁਝ ਬਣਾ ਦਿੱਤਾ। ਸਭ ਆਪਣੇ ਦਿਮਾਗ ਦੀ ਕਾਢ ਹੈ, ਅੰਦਰੋਂ ਹੀ ਆਇਆ ਸਾਰਾ ਕੁਝ। ਤੇ ਬਸ ਜਿਹੜਾ ਬੰਦੇ ਨੇ ਕਨਸੈਪਟ ਬਣਾਇਆ ਰੱਬ ਦਾ, ਭੂਤ ਦਾ, ਚੜੇਲਾਂ ਦਾ, ਇਹ ਕਿਤੇ ਅਸਮਾਨ ਤੋਂ ਥੋੜ੍ਹੀ ਡਿੱਗੇ ਨੇ, ਇਹ ਵੀ ਅੰਦਰੋਂ ਹੀ ਆਏ ਨੇ। ਜਿਹੜੀ ਰੱਬੀ ਹੋਂਦ ਹੈ ਨਾ, ਰੱਬ ਹੈ, ਰੱਬ ਦਾ ਜਿਹੜਾ ਕਨਸੈਪਟ ਹੈ ਉਹ ਵੀ ਅੰਦਰ ਹੀ ਹੈ। ਜਦ ਤੁਸੀਂ ਕ੍ਰੋਧ ਦੇ ਵਾਲੇ ਤੁਹਾਡਾ ਸੁਭਾਅ ਹੋ ਜਾਏਗਾ, ਤੁਹਾਡੀਆਂ ਹਰਕਤਾਂ ਵੀ ਉਹੋ ਜਿਹੀਆਂ ਹੋਣਗੀਆਂ। ਜਦ ਰੱਬ ਵਾਲਾ ਸੁਭਾਅ ਬਣ ਗਿਆ ਤੇ ਹਰਕਤਾਂ ਵੀ ਰੱਬ ਵਾਲੀ। ਅਕਸਰ ਹੀ ਮੈਂ ਕਹਿੰਦਾ ਨਾ, ਅਗਰ ਤੁਸੀਂ ਰੱਬ ਨਾਲ ਗੱਲ ਕਰਨੀ ਆ ਤੇ ਤੁਹਾਡੇ ਕੋਲੇ ਰੱਬ ਵਾਲੀ ਲੈਂਗੁਏਜ ਹੋਣੀ ਚਾਹੀਦੀ ਹੈ। ਅਗਰ ਰੱਬ ਨਾਲ ਗੱਲ ਕਰਨੀ ਹੈ ਤੇ ਰੱਬ ਵਾਲੀ ਲੈਂਗੁਏਜ ਚਾਹੀਦੀ ਹੈ ਨਾ। ਸਾਡੇ ਕੋਲੇ ਲੈਂਗੁਏਜ ਤਾਂ ਆਪਣੇ ਵਾਲੀ ਹੈ, ਪਰ ਅਸੀਂ ਕਹਿੰਦੇ ਗੱਲ ਸਾਡੇ ਨਾਲ ਰੱਬ ਕਰੇ, ਐਵੇਂ ਕਿਵੇਂ ਹੋ ਸਕਦਾ? ਤਾਂ ਗੁਰੂ ਮਹਾਰਾਜ ਕਹਿੰਦੇ ਉਹਦੇ ਲਈ ਹੈ। ਉਹੀ ਸਾਨੂੰ ਗੁਰੂ ਸਤਿਗੁਰ ਗੁਰਪੂਰਾ ਅਰਾਧੋ ਸਭ ਕਿਲ ਵਿਖ ਪਾਪ ਗਵਾਇਆ। ਇਹ ਹੀ ਨੇ ਜਿਹੜੀਆਂ ਅਲਾਮਤਾਂ ਮਾੜੀਆਂ ਨੇ ਸਾਡੇ ਅੰਦਰ। ਇਹ ਨਹੀਂ ਹੁੰਦਾ ਵੀ ਅੱਜ ਹੀ ਆਈਆਂ ਤੇ ਅੱਜ ਹੀ ਚਲੇ ਗਈਆਂ। ਨੋ, ਮੇਰੇ ਅੰਦਰ ਕੋਈ ਬੁਰਾਈ ਹੈ ਬੜੀ ਵੱਡੀ ਹੈ, ਇਹ ਥੋੜ੍ਹੀ ਵੀ ਅੱਜ ਦੀ ਆਈ ਹੈ। ਨੋ, ਪਤਾ ਨਹੀਂ ਕਿਹੜੇ ਜਨਮਾਂ ਦੀ ਚੱਲਦੀ ਆ ਰਹੀ ਹੈ। ਉਹਨੂੰ ਮੁਕਾਉਣ ਵਾਸਤੇ ਮੈਨੂੰ ਸਮਾਂ ਲੱਗੇਗਾ। ਸਤਿਗੁਰੂ ਜੀ ਕਹਿੰਦੇ ਕਿਲ ਵਿਖ ਪਾਪ ਗਵਾਇਆ। ਪਾਪ ਤਾਂ ਹੈ ਹੀ ਹੈ, ਪਰ ਪਾਪ ਦੀ ਜਿਹੜੀ ਜੜ੍ਹ ਹੈ ਉਹ ਕਿੱਥੋਂ ਚੱਲੀ ਹੈ? ਕੋਈ ਬੰਦਾ ਕਿਸੇ ਨਾਲ ਈਰਖਾ ਕਰਦਾ ਹੈ, ਈਰਖਾ ਬੜੀ ਮਾੜੀ ਹੈ, ਪਾਪ ਹੈ ਈਰਖਾ ਕਰਨੀ। ਹਾਂ, ਪਰ ਈਰਖਾ ਸਟਾਰਟਿੰਗ ਪੁਆਇੰਟ ਕਿੱਥੋਂ ਹੈ? ਕਿਉਂ ਈਰਖਾ ਕਰਦਾ? ਉਹਦਾ ਕਾਰਨ ਹੈ ਜੀ, ਲਓ ਜੀ ਇਹਦੇ ਕੋਲ ਵੱਡਾ ਕਾਰ ਹੈ, ਸਾਡੇ ਕੋਲ ਹੈ ਨਹੀਂ, ਤਾਂ ਹੀ ਕਰੀ ਜਾਂਦਾ। ਬਸ ਰੀਜ਼ਨ ਤਾਂ ਕੋਈ ਹੈ ਨਾ ਈਰਖਾ ਕਰਨ ਦਾ। ਇਸੇ ਤਰ੍ਹਾਂ ਪਿਆਰ ਕਰਨ ਦਾ, ਪ੍ਰੇਮ ਕਰਨ ਦਾ ਕੋਈ ਰੀਜ਼ਨ ਹੈ। ਪਿਆਰ ਚੰਗਾ ਹੈ, ਸਹਿਜ ਹੈ, ਸੰਤੋਖ ਹੈ, ਸੱਤ ਹੈ, ਟੋਲਰੈਂਸ ਹੈ, ਸਹਿਣਸ਼ੀਲਤਾ ਹੈ, ਸਭ ਕੁਝ ਨੇ। ਇਹਨਾਂ ਦੇ ਰੀਜ਼ਨ ਵੀ ਤਾਂ ਚਾਹੀਦੇ ਨੇ ਨਾ। ਜਿਹੜਾ ਰੀਜ਼ਨ ਹੈ ਉਹਨੂੰ ਉਹ ਜੜ ਹੁੰਦੀ ਹੈ, ਕਿਤੇ ਵੀ ਲੱਗਦੀ ਹੈ। ਜੇ ਤੁਹਾਡੇ ਅੰਦਰ ਸੱਤ ਦੀ, ਸੰਤੋਖ ਦੀ, ਦਇਆ ਦੀ, ਧਰਮ ਦੀ ਜੜ ਲੱਗ ਗਈ ਤੇ ਰੂਪ ਕੀ ਨਿਖਰੇਗਾ? ਰੱਬ ਦਾ ਨਿਕਲੇਗਾ। ਉੱਥੋਂ ਮੈਂ ਨਹੀਂ ਆਏਗੀ, ਉੱਥੋਂ ਤੂੰ ਨਿਕਲੇਗੀ। ਹਮੇਸ਼ਾ ਜਿੱਥੇ ਵੀ ਕਬੀਰ ਸਾਹਿਬ ਨੂੰ ਪੁੱਛਿਆ, ਕਬੀਰ ਜੀ ਕਹਿੰਦੇ ਤੁਸੀਂ ਤਾਂ ਰੱਬ ਦਾ ਰੂਪ ਹੋ ਗਏ। ਕਬੀਰ ਸਾਹਿਬ ਕਹਿੰਦੇ ਹਾਂ, ਪਰ ਐਵੇਂ ਨਹੀਂ ਬਣਿਆ ਮੈਂ। ਕਬੀਰ ਤੂੰ ਕਰਤਾ, ਮੈਂ ਤਾਂ ਤੂੰ ਕਰਨਾ ਸ਼ੁਰੂ ਕਰ ਦਿੱਤਾ। ਫਿਰ ਮੁਝ ਮੇ ਰਹਾ ਨਾ ਹੂੰ ਮੀਨਜ਼ ਆਏ, ਮੈਂ। ਹੁਣ ਮੇਰੇ ਵਿੱਚ ਮੈਂ ਨਹੀਂ ਹੈਗੀ। ਕਿਉਂ? ਕਿਉਂਕਿ ਤੂੰ ਤੋਂ ਹੀ ਬਣਨਾ ਹੈ, ਤੂੰ ਨਿਰੰਕਾਰ ਬਣਨਾ ਹੈ। ਮੈਂ ਤੋਂ ਈਗੋ ਬਣਦੀ ਹੈ, ਮੈਂ ਤੋਂ ਹਉਮੈ ਬਣਦੀ ਹੈ। ਮੈਂ ਹੀ ਬੰਦੇ ਨੂੰ ਦੂਸਰੇ ਨਾਲੋਂ ਦੂਰ ਕਰਦੀ ਹੈ। ਜਿਹੜੀ ਹਉਮੈ ਮੈਲ ਗਵਾਇਆ, ਉੱਪਰ ਪੜ੍ਹਿਆ ਸੀ ਨਾ, ਹਉਮੈ। ਜਦੋਂ ਇੱਕ ਪਤੀ ਪਤਨੀ ਦੇ ਆਨੰਦ ਕਾਰਜ ਹੁੰਦੇ ਨੇ, ਉਹਨਾਂ ਵਿੱਚ ਸਭ ਤੋਂ ਵੱਡਾ ਅੱਜ ਦੇ ਮਾਡਰਨ ਟਾਈਮ ਦੇ ਵਿੱਚ ਕੀ ਹੈ? ਈਗੋ ਹੀ ਹੈ। ਇਹੀ ਪਾਪ ਹੈ। ਮੈਂ ਨਹੀਂ ਮੰਨ ਰਿਹਾ। ਕਿ ਮੈਂ ਛੋਟੀ ਜਿਹੀ ਬੜੀ ਪਿਆਰੀ ਐਗਜ਼ਾਮਪਲ ਹੈ ਗੁਰੂ ਨਾਨਕ ਸਾਹਿਬ ਦੀ ਹੈ। ਗੁਰੂ ਮਹਾਰਾਜ ਨੇ ਇਸੇ ਤਰੀਕੇ ਨਾਲ ਹੀ ਸਾਨੂੰ ਸਮਝਾਇਆ। ਜਦੋਂ ਨਾ ਬਾਬਾ ਲਹਿਣਾ ਜੀ ਨੂੰ ਗੁਰਤਾ ਗੱਦੀ ਦੇਣ ਦੀ ਗੱਲ ਆਈ, ਹੁਣ ਦੇਖੋ ਪਰਿਵਾਰ ਹੈ ਗੁਰੂ ਨਾਨਕ ਸਾਹਿਬ ਦਾ ਵੀ ਹੈ। ਕੀ ਹੋਇਆ? ਮਾਤਾ ਸੁਲੱਖਣੀ ਜੀ ਪਤਨੀ ਨੇ, ਵਾਈਫ ਨੇ ਗੁਰੂ ਨਾਨਕ ਸਾਹਿਬ ਦੇ। ਫਿਰ ਇਹਨਾਂ ਦੇ ਨਾਨਕੇ ਬਟਾਲੇ ਦੀ ਧਰਤੀ 'ਤੇ ਪੱਖੋਂ ਕੇ ਉਹ ਜਦੋਂ ਪਤਾ ਲੱਗਿਆ, ਹੁੰਦਾ ਹੀ ਹੈ ਨਾ, ਇੱਕ ਦੂਜੇ 'ਤੇ ਜ਼ੋਰ ਪਾਉਂਦੇ ਨੇ। ਬਾਬੇ ਨਾਨਕ ਨੂੰ ਕਹਿੰਦੇ ਨੇ ਨਹੀਂ ਤੁਸੀਂ, ਤੁਹਾਡੇ ਬੱਚੇ ਨੇ, ਤੁਸੀਂ ਇਹਨਾਂ ਨੂੰ ਗੱਦੀ ਦਿਓ। ਹੋਰ ਨੂੰ ਕਿਉਂ ਦੇ ਰਹੇ ਹੋ? ਇਹ ਥਰਡ ਪਰਸਨ ਹੈ, ਇਹਨਾਂ ਨੂੰ ਕਿਉਂ ਦੇ ਰਹੇ ਹੋ? ਨਹੀਂ। ਫਿਰ ਹੁੰਦਾ ਨਾ, ਫਿਰ ਨਾਨਕਿਆਂ ਨੇ ਵੀ, ਮਾਮਿਆਂ ਨੇ ਵੀ, ਹੋਰਾਂ ਨੇ ਵੀ ਜ਼ੋਰ ਪਾਇਆ। ਬਾਬੇ ਨਾਨਕ ਨੇ ਉਹ ਕਿਹਾ ਨਹੀਂ। ਖੈਰ ਉਹ ਜਦੋਂ ਫਿਰ ਨਾ ਕਿਤੇ ਚੱਲਿਆ, ਫਿਰ ਮਾਤਾ ਸੁਲੱਖਣੀ ਜੀ ਕੋਲ ਆ ਗਏ। ਤੁਹਾਡੇ ਤਾਂ ਪਤੀ ਨੇ, ਤੁਸੀਂ ਤਾਂ ਕਹਿ ਸਕਦੇ ਹੋ ਨਾ। ਫਿਰ ਦੂਜਾ ਪੱਖ ਹੈ, ਮਾਂ ਨੂੰ ਤਾਂ ਹੁੰਦਾ ਹੀ ਹੈ ਨਾ, ਪੁੱਤ ਚਾਹੇ ਮਾੜੇ ਹੋਣ ਚੰਗੇ ਹੋਣ ਜੈਸੇ ਵੀ ਹੋਣ, ਮਾਂ ਤਾਂ ਫਿਰ ਵੀ ਹੈਲਪ ਕਰਦੀ ਹੈ। ਅਤੇ ਉਹ ਗੁਰੂ ਨਾਨਕ ਸਾਹਿਬ ਕੋਲ ਆ ਗਏ, ਮਾਤਾ ਸੁਲੱਖਣੀ ਜੀ, ਜਗਤ ਮਾਤਾ ਨੇ। ਸਾਹਿਬ ਮਹਾਰਾਜ ਨੂੰ ਕਹਿੰਦੇ ਵੀ ਦੇਖੋ ਗੱਲ ਇਹ ਹੈ, ਮੈਨੂੰ ਪਤਾ ਲੱਗਿਆ ਵੀ ਤੁਸੀਂ ਗੁਰਤਾ ਗੱਦੀ ਜਿਹੜੀ ਆ, ਜੋ ਸਾਰੀ ਕਾਰਗੁਜ਼ਾਰੀ ਹੈ, ਤੁਸੀਂ ਇਹਨਾਂ ਨੂੰ ਸੰਭਾਲਣ ਲੱਗੇ ਹੋ। ਬਾਬਾ ਲਹਿਣਾ ਜੀ ਨੂੰ
ਤੁਹਾਡੇ ਸੁਪੁੱਤਰ ਨੇ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ। ਦੁਨੀਆਦਾਰੀ ਸਾਰੀ ਚੱਲਦੀ ਆ ਰਹੀ ਹੈ, ਕਹਿੰਦੇ ਉਲਟਿਓ ਗੰਗ ਬਹਾਇਓ। ਸੱਤਾ ਬਲਵੰਡਾ ਦੀ ਜਦੋਂ ਪੜ੍ਹਦੇ ਉਹ ਕਹਿੰਦੇ ਇਹ ਤਾਂ ਉਲਟੀ ਗੰਗਾ ਬਹਾ ਦਿੱਤੀ, ਨਵੇਂ ਕੰਮ ਸ਼ੁਰੂ ਹੋ ਗਏ। ਅੱਜ ਤੱਕ ਕਦੇ ਵੀ ਨਹੀਂ ਹੋਇਆ। ਪੁੱਤਾਂ ਨੂੰ ਗੱਦੀ ਮਿਲਦੀ ਹੈ, ਪੁੱਤਾਂ ਨੂੰ ਵਸੀਅਤ ਮਿਲਦੀ ਹੈ, ਇਹ ਤਾਂ ਨਵਾਂ ਕੰਮ ਆਉਣ ਲੱਗਿਆ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਿਆ ਤੇ ਮਾਤਾ ਜੀ ਨੂੰ ਸੁਲੱਖਣੀ ਜਦੋਂ ਆ ਕੇ ਕਹਿਣ ਲੱਗੇ ਸਤਿਗੁਰਾਂ ਨੂੰ ਵੀ ਦੇਖੋ ਤੁਸੀਂ ਫਿਰ ਵੀ ਆਪਣੇ ਬੱਚੇ ਨੇ, ਤੁਸੀਂ ਇਹਨਾਂ ਬਾਰੇ ਸੋਚੋ। ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਕਿਹਾ ਨੋ ਵੀ ਮੇਰਾ ਫੈਸਲਾ ਹੀ ਹੈ। ਆਹੀ ਤਾਂ ਮੈਂ ਕਹਿ ਰਿਹਾ, ਇਕੱਠੇ ਚੱਲਣ ਦਾ ਮਤਲਬ ਕੀ ਹੈ। ਸਾਹਿਬ ਮਹਾਰਾਜ ਕਹਿੰਦੇ ਹਾਂ ਬਿਲਕੁਲ ਸਹੀ ਆ। ਮੈਂ ਤਾਂ ਖੁਦ ਚਾਹੁੰਦਾ ਸੀ ਤੁਹਾਡੇ ਨਾਲ ਗੱਲ ਕਰਨਾ ਇਸ ਟੌਪਿਕ 'ਤੇ, ਤੁਹਾਡਾ ਹੱਕ ਬਣਦਾ। ਤੁਸੀਂ ਖੁਦ ਕੀਤੀ, ਬਹੁਤ ਵਧੀਆ ਕੀਤਾ ਹੈ, ਚੰਗਾ ਹੈ। ਤੁਹਾਡੀ ਸਹਿਮਤੀ ਮੇਰੀ ਬਹੁਤ ਜ਼ਰੂਰੀ ਹੈ, ਮੇਰੇ ਲਈ ਸਹਿਮਤੀ ਇਹ ਚੀਜ਼ ਦੀ। ਦੇਖੋ ਨਾ ਮੈਂ ਬੇਨਤੀ ਕਰ ਆਈ ਹੈ, ਜਦੋਂ ਵੀ ਕਿਤੇ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਮਫਾਦ ਹੈ, ਕਲੇਸ਼ ਹੈ, ਝਗੜਾ ਹੈ, ਉਹਦੇ 'ਚ ਕੀ ਹੁੰਦਾ ਹੈ, ਮੇਰੀ ਗੱਲ ਨਹੀਂ ਮੰਨੀ ਜਾਂਦੀ। ਬਸ ਆਹੀ ਰੌਲਾ ਹੈ ਨਾ, ਮੇਰੀ ਗੱਲ ਨਹੀਂ ਮੰਨੀ ਜਾਂਦੀ। ਇਹਨਾਂ ਕੋਲ ਪੈਰ ਇਕੱਠੇ ਕਰਨ, ਮੇਰੀ ਗੱਲ ਨਹੀਂ ਮੰਨੀ ਜਾਣ ਦਾ ਮਤਲਬ ਕੀ ਹੈ, ਆਹੀ ਮੇਰੀ ਦਾ ਹੀ ਰੌਲਾ ਹੈ। ਈਵਨ ਤੁਸੀਂ ਦੇਖੋ ਛੋਟੇ ਛੋਟੇ ਬੱਚੇ ਨੇ ਘਰਾਂ ਦੇ ਵਿੱਚ, ਉਹ ਵੀ ਕਹਿ ਦਿੰਦੇ ਨੇ ਲਓ ਜੀ ਮੇਰੀ ਕਿਹੜਾ ਸੁਣਦਾ ਕੋਈ। ਇਹੀ ਆਨੰਦ ਕਾਰਜ ਦੀ ਸਭ ਤੋਂ ਵੱਡੀ ਪਾਵਰ ਹੈ, ਸ਼ਕਤੀ ਹੈ, ਜਿੱਥੇ ਇਕੱਠਿਆਂ ਨੇ ਚੱਲਣਾ ਹੈ। ਉਹਨਾਂ ਦੀ ਗੱਲ ਦੀ ਅਹਿਮੀਅਤ ਰੱਖੋ, ਸੁਣੋ। ਬਾਬਾ ਨਾਨਕ ਜੀ ਕਹਿਣ ਲੱਗੇ ਠੀਕ ਆ, ਬਹੁਤ ਵਧੀਆ ਗੱਲ ਹੈ, ਮੈਂ ਤਾਂ ਆਪ ਚਾਹੁੰਦਾ ਸੀ, ਤੁਸੀਂ ਹੁਣ ਪੁੱਛ ਲਿਆ ਠੀਕ ਹੈ, ਬਟ ਕਾਰਨ ਇਹ ਹੈ ਵੀ ਇਹ ਗੱਦੀ ਦਾ, ਇਸ ਜੋਤ ਦੇ ਇਹ ਵਾਰਸ ਨਹੀਂ ਹੋ ਸਕਦੇ। ਕਿਉਂ ਨਹੀਂ ਹੋ ਸਕਦੇ? ਕਿਉਂਕਿ ਇਹ ਉਸ ਤਰ੍ਹਾਂ ਦੇ ਅਸਮਰੱਥ ਨੇ, ਸਮਰੱਥਾ ਨਹੀਂ ਆਈ। ਕਹਿੰਦੇ ਨਹੀਂ ਫਿਰ ਵੀ ਤੁਹਾਡੇ ਬੱਚੇ ਨੇ, ਤੁਸੀਂ ਉਹ ਕਹਿੰਦੇ ਇੰਝ ਕਰੋ ਬਈ ਦੇਖੋ ਇਹਦੇ ਵਿੱਚ ਬੜਾ ਗਹਿਰਾ ਹੈ। ਉਹ ਕਹਿੰਦੇ ਵੀ ਦੇਖੋ ਮੈਨੂੰ ਇੰਨੀ ਜ਼ਿਆਦਾ ਸਮਝ ਨਹੀਂ, ਪਰ ਤੁਸੀਂ ਮੈਨੂੰ ਸਮਝਾਓ ਤਾਂ ਸਹੀ, ਰੀਜ਼ਨ ਕੀ ਆ, ਕਿਉਂ ਨਹੀਂ ਦੇ ਰਹੇ ਇਹਨਾਂ ਨੂੰ। ਉਹ ਕਹਿੰਦੇ ਚਲੋ ਠੀਕ ਆ, ਆਹ ਗੱਲ ਬਣੀ ਨਾ, ਹੁਣ ਅੱਜ ਬੈਠੋ ਆਪਾਂ ਹੁਣੀ ਕਲੀਅਰ ਕਰ ਲੈਂਦੇ ਗੱਲ। ਅਤੇ ਮਾਤਾ ਸੁਲੱਖਣੀ ਜੀ ਵੀ ਬਹਿ ਗਏ, ਬਾਬਾ ਨਾਨਕ ਜੀ ਵੀ ਬਹਿ ਗਏ। ਅਤੇ ਬਾਬਾ ਨਾਨਕ ਜੀ ਨੇ ਆਵਾਜ਼ ਮਾਰੀ ਬਾਬਾ ਸ੍ਰੀ ਚੰਦ, ਬੇਟਾ ਇੱਧਰ ਆਓ। ਬਾਬਾ ਨਾਨਕ ਜੀ ਨੇ ਜਦੋਂ ਆਵਾਜ਼ ਮਾਰੀ, ਬਾਬਾ ਸ੍ਰੀ ਚੰਦ ਜੀ ਆ ਗਏ। ਹੁਣ ਸਤਿਗੁਰਾਂ ਨੇ ਹੱਥ ਦੇ ਉੱਤੇ ਨਾ ਇੱਕ ਟਕਾ ਰੱਖ ਲਿਆ, ਇਸ ਤਰ੍ਹਾਂ ਐਵੇਂ ਟਕਾ ਰੱਖ ਕੇ ਨਾ ਕਹਿੰਦੇ ਬਾਬਾ ਸ੍ਰੀ ਚੰਦ ਜੀ ਨੂੰ, ਕਹਿੰਦੇ ਬੇਟਾ ਆਹ ਦੇਖ ਤਾਂ ਮੇਰੇ ਹੱਥ 'ਤੇ ਕੀ ਰੱਖਿਆ, ਐਵੇਂ ਕਰਕੇ ਦੇਖ। ਹੁਣ ਮਾਤਾ ਸੁਲੱਖਣੀ ਜੀ ਵੇਖ ਰਹੇ ਨੇ ਨਾਲ, ਕਹਿੰਦੇ ਵੇਖੋ ਮੇਰੇ ਹੱਥ 'ਤੇ ਕੀ ਆ। ਉਹ ਕਿਹਾ ਵੀ ਬਾਪੂ 17 ਸਾਲਾਂ ਦੀ ਅਲਬਰਾ ਹੋ ਗਈ ਏ, ਹੋ ਸਕਦਾ ਨਜ਼ਰ ਘੱਟ ਗਈ ਹੋਵੇ। ਚੱਕ ਕੇ ਕਹਿੰਦੇ ਪਿਤਾ ਜੀ ਇਹ ਤਾਂ ਇੱਕ ਟਕਾ ਹੈ। ਓਕੇ ਬਸ ਠੀਕ ਆ। ਫਿਰ ਇੰਝ ਕਰੋ, ਬਾਬਾ ਲਖਮੀ ਦਾਸ ਨੇ ਵੀ ਆਵਾਜ਼ ਮਾਰ ਦਿੱਤੀ, ਲਖਮੀ ਦਾਸ ਬੇਟਾ ਇੱਧਰ ਆਓ। ਉਹ ਆ ਗਏ ਅਤੇ ਮਹਾਰਾਜ ਕਹਿੰਦੇ ਦੇਖੋ, ਉਹ ਆਉਂਦੇ ਕਹਿੰਦੇ ਵੀ ਦੇਖੋ ਪਿਤਾ ਜੀ ਮੈਂ ਵੇਖ ਹੀ ਰਿਹਾ ਸੀ, ਆਈ ਰਿਹਾ ਸੀ, ਜਿਹੜੀ ਗੱਲ ਵੀਰ ਨੇ ਆਖੀ ਹੈ ਨਾ ਉਹ ਸਹੀ ਤਾਂ ਹੈ ਨਾ, ਟਕਾ ਹੀ ਹੈ, ਹੋਰ ਕੀ ਹੈ। ਹਾਂ ਠੀਕ ਹੈ, ਬਿਲਕੁਲ ਸਹੀ ਹੈ। ਹੁਣ ਬੈਠੇ ਸੀ, ਹੁਣ ਬਾਬੇ ਨਾਨਕ ਨੇ ਫਿਰ ਤੀਜਾ ਕੰਮ, ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ, ਬਾਬੇ ਨਾਨਕ ਨੇ ਕਿਹਾ ਅੱਛਾ ਲੈਣਿਆ ਤੂੰ ਕਿੱਥੇ ਹੈ। ਫਿਰ ਆਵਾਜ਼ ਮਾਰੀ ਦੂਰ ਹੈ ਕਿਤੇ, ਫਿਰ ਲੈਣਿਆ ਇੱਧਰ ਆ। ਦੌੜ ਕੇ ਆਏ ਬਾਬਾ ਲੈਣਾ ਜੀ। ਆ ਧਿਆਨ ਦਿਓ, ਜਦੋਂ ਬਾਬਾ ਲੈਣਾ ਜੀ ਆ ਗਏ, ਨਮਸਕਾਰ ਕੀਤੀ, ਸਤਿਗੁਰੂ ਜੀ ਹੁਕਮ। ਮਹਾਰਾਜ ਕਹਿੰਦੇ ਲੈਣਿਆ ਮੇਰੀ ਤਲੀ ਤੇ ਮੇਰੇ ਹੱਥ 'ਤੇ ਕੀ ਹੈ। ਸੇਮ ਸਵਾਲ ਹੈ ਨਾ ਜਿਹੜਾ ਬਾਬਾ ਸ੍ਰੀ ਚੰਦ ਜੀ ਨੂੰ ਕੀਤਾ, ਬਾਬਾ ਲਖਮੀ ਦਾਸ ਨੂੰ ਕੀਤਾ, ਉਹੀ ਹੁਣ ਉਹਨਾਂ ਨੂੰ ਕਰ ਰਹੇ ਨੇ। ਮੇਰੇ ਹੱਥ ਦੀ ਤਲੀ 'ਤੇ ਕੀ ਹੈ। ਅਤੇ ਬਾਬਾ ਲੈਣਾ ਜੀ ਨੇ ਹੱਥ ਜੋੜ ਲਏ, ਕਹਿੰਦੇ ਸਤਿਗੁਰੂ ਜੀ ਮੈਨੂੰ ਕੀ ਪਤਾ ਹੈ ਤੁਹਾਡੇ ਹੱਥ ਦੀ ਤਲੀ 'ਤੇ ਕੀ ਹੈ। ਹਾਂ ਜਿੰਨੀ ਕੁ ਮੈਨੂੰ ਬੁੱਧੀ ਆ, ਮੈਨੂੰ ਇੰਨਾ ਕੁ ਪਤਾ ਹੈ ਤੁਹਾਡੇ ਹੱਥ ਦੀ ਤਲੀ 'ਤੇ 9 ਨਿੱਧੀਆਂ 18 ਸਿੱਧੀਆਂ, ਸੱਚ ਖਜ਼ਾਨੇ ਦੁਨੀਆ ਦੀ ਸਭ ਸੁੱਖ ਪਏ ਨੇ, ਸਭ ਕੁਝ ਪਿਆ ਤੁਹਾਡੇ ਹੱਥ 'ਤੇ। ਘਰ ਤਾਂ ਤੇਰਾ ਹੈ, ਸਭ ਕੁਛ ਹੈ ਤੁਹਾਡੇ ਹੱਥ ਵਿੱਚ, ਕੀ ਨਹੀਂ ਬਾਬਾ ਨਾਨਕ, ਸਭ ਕੁਛ ਹੈ। ਅਤੇ ਬਾਬਾ ਨਾਨਕ ਜੀ ਨੇ ਮਾਤਾ ਸੁਲੱਖਣੀ ਵੱਲ ਦੇਖਿਆ, ਭਲੀਏ ਦੇਖ ਇਹ ਉਹਨਾਂ ਨੂੰ ਜੋਤ ਨਹੀਂ ਦਿਸ ਰਹੀ,
ਇਹਨਾਂ ਨੂੰ ਕੁਝ ਹੋਰ ਨਹੀਂ ਦਿਸ ਰਿਹਾ ਸਿਵਾ ਜੋਤ ਤੋਂ। ਕਿਉਂ ਨਾ ਫਿਰ ਗਤਾ ਗਤੀ ਨਹੀਂ ਮਿਲਦੀ? ਗੱਲ ਕਲੀਅਰ ਹੋ ਗਈ ਨਾ। ਇਹ ਹੈ ਪਤੀ ਪਤਨੀ ਨੂੰ ਨਾਲ ਲੈ ਕੇ ਚੱਲਣਾ। ਤੂੰ ਗਲਤ ਨਹੀਂ ਕੀਤਾ, ਸਗੋਂ ਚੰਗਾ ਕੀਤਾ ਹੈ, ਸਗੋਂ ਵਧੀਆ ਹੋ ਗਿਆ। ਮੈਂ ਚਾਹੁੰਦਾ ਸੀ ਇਸ ਗੱਲ ਨੂੰ। ਹੁਣ ਜਦੋਂ ਇਹ ਗੱਲ ਹੋਈ ਤਾਂ ਠੀਕ ਹੈ, ਪਰ ਦੇਖੋ ਨਾ ਫਿਰ ਵੀ ਹੁਣ ਕੀ ਬਣੇਗਾ ਇਹਨਾਂ ਦਾ? ਇਹ ਰੋਟੀ ਕਿਵੇਂ ਖਾਣਗੇ? ਮਾਂ ਨੂੰ ਫਿਕਰ ਹੁੰਦਾ ਨਾ, ਕਹਿੰਦੇ ਭਲੀਏ ਤੂੰ ਕਿਉਂ ਫਿਕਰ ਕਰਦੇ ਰੋਟੀ ਦਾ? ਰੋਟੀ ਕਿਉਂ ਨਹੀਂ ਖਾਣਗੇ? ਨਹੀਂ ਨਹੀਂ ਸਾਰਾ ਕੁਝ ਤਾਂ ਤੁਸੀਂ, ਨਹੀਂ ਨਹੀਂ ਐਸਾ ਨਹੀਂ ਹੈ, ਸਾਰਾ ਕੁਝ ਨਹੀਂ ਦੇਣਾ। ਫਿਰ ਬਾਬੇ ਲੈਣੇ ਨੂੰ ਤਾਂ ਸਿਰਫ ਜੋਤ ਦੇਣੀ ਹੈ। ਕਰਤਾਰਪੁਰ ਜਿੰਨਾ ਵੀ ਹੈ, ਨਨਕਾਣਾ ਸਭ ਇਹਨਾਂ ਦੀ ਹੈ। ਜਦੀ ਕਹਿ ਦਿੱਤਾ ਸੀ ਵੀ ਅੱਜ ਤੋਂ ਬਾਅਦ ਜੋਤ ਤੁਹਾਡੇ ਆ, ਤੁਸੀਂ ਕਿੱਥੇ ਜਾਓ? ਫੇਰ ਵਸਾਇਆ ਫੇਰ ਵਾਣ ਸਤਿਗੁਰ ਖੰਡੂਰ। ਇੱਥੇ ਨਹੀਂ ਰਹਿਣਾ, ਤੁਸੀਂ ਖੰਡੂਰ ਵਸਾਓ ਜਾ ਕੇ। ਵਸਾਇਆ ਹੈ ਬਾਬਾ ਲਹਿਣਾ ਜੀ ਨੇ, ਗੁਰੂ ਅੰਗਦ ਪਾਤਸ਼ਾਹ ਨੇ ਆਪ ਆ ਕੇ। ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੁਕਮ ਸੀ ਤੁਸੀਂ ਜਾਓ ਬਸ। ਇਹ ਨਹੀਂ ਕਿਹਾ ਆ ਜਿਹੜੇ ਬਾਬਾ ਕਰਤਾਰਪੁਰ ਵਸਾਇਆ ਇਹ ਮੇਰੇ ਤਾਂ ਨਾ ਕਰਾ ਦੇ। ਨੋ। ਮਾਤਾ ਜੀ ਨੂੰ ਕਹਿੰਦੇ, ਮਾਤਾ ਜੀ ਕਹਿੰਦੇ ਹੈਰਾਨ ਹੋ ਗਏ, ਤੁਸੀਂ ਇਹ ਨਹੀਂ ਦੇ ਰਹੇ? ਨਹੀਂ ਨਹੀਂ ਨਹੀਂ, ਇਹ ਕੀ ਕਰ ਵਾਸਤੇ ਦੇਣਾ? ਜਦੋਂ ਮੈਂ ਆਪਣੇ ਪਿਤਾ ਦੀ ਗੱਲ ਨਹੀਂ ਮੰਨੀ, ਆਪਣੀ ਮੈਂ ਮਰਜ਼ੀ ਕੀਤੀ, ਤੇ ਮੇਰੇ ਪਿਤਾ ਨੇ ਫਿਰ ਵੀ ਮੈਨੂੰ ਸਭ ਕੁਝ ਦਿੱਤਾ। ਤੇ ਮੇਰੇ ਬੱਚੇ ਨੇ ਚੰਗੇ ਜਾਂ ਮਾੜੇ ਜਿਸ ਤਰ੍ਹਾਂ ਦੇ ਵੀ ਹੈਗੇ ਨੇ, ਇਹ ਇਹਨਾਂ ਦਾ ਹੱਕ ਹੈ, ਇਹਨਾਂ ਨੂੰ ਦੇਣਾ ਹੈ। ਮੈਂ ਤਾਂ ਗੱਲ ਹੀ ਜੋਤ ਦੀ ਕਰ ਰਿਹਾ। ਆਹ ਹੈ ਖੇਡ ਬਾਬੇ ਨਾਨਕ ਦੀ। ਖੈਰ ਆਪਣਾ ਦੂਸਰਾ ਪੱਖ ਹੈ। ਮੈਂ ਬੇਨਤੀ ਕਰ ਰਿਹਾ, ਸਤਿਗੁਰ ਗੁਰ ਪੂਰਾ ਆਰਾਧ ਹੋ। ਗੁਰੂ ਦੀ ਆਰਾਧਨਾ ਕਿਵੇਂ ਹੋ ਰਹੀ ਹੈ? ਉੱਥੋਂ ਹੀ ਇਹ ਬਾਣੀ ਅਗਲਾ ਪਰਦਾ ਸ਼ੁਰੂ ਹੁੰਦਾ। ਹਰ ਦੂਜੜੀ ਲਾਭ। ਹੁਣ ਦੂਜੀ ਲਾਭ ਤੇ ਲੈ ਕੇ ਆ ਰਹੇ ਨੇ। ਕੀ ਕਹਿੰਦੇ ਨੇ? ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਕੱਲ ਗੱਲ ਕਰੀ ਸੀ ਪ੍ਰਵਿਰਤ ਹੋ ਸਕਦਾ ਹੈ, ਧਰਮ ਨੂੰ ਦ੍ਰਿੜ ਕਰਨਾ ਪੈਣਾ ਹੈ, ਪਾਪ ਤੇਰੇ ਦੂਰ ਹੋ ਜਾਣੇ, ਨਾਮ ਤੈਨੂੰ ਮਿੱਠਾ ਲੱਗੇਗਾ। ਮਿੱਠਾ, ਮੈਂ ਜਿੱਥੇ ਗੱਲ ਛੱਡੀ ਸੀ ਕਿ ਵੀ ਨਾਮ ਮਿੱਠਾ ਲੱਗੇਗਾ। ਹਰ ਹਰ ਮਿੱਠਾ ਲਾਇਆ। ਕੀ ਮਿੱਠਾ ਲੱਗਦਾ ਹੈ? ਸਰ ਜੇ ਜਪਣ ਲੱਗ ਜਾਓ ਨੀਂਦ ਆ ਜਾਂਦੀ ਹੈ। ਜਪਣ ਲੱਗ ਜਾਓ ਨੀਂਦ ਆ ਜਾਂਦੀ ਹੈ। ਇਹ ਆਪਣਾ ਰੰਗ ਹੈ, ਪਰ ਜਿਹੜਾ ਜਪਣਾ ਹੈ ਨਾ, ਬਾਣੀ ਦਾ ਰੰਗ ਹੀ ਹੈ। ਜਦੋਂ ਮਿਠਾਸ ਆਉਣ ਲੱਗ ਗਈ, ਆਈ ਨਾ ਹੈ ਬਾਬੇ ਫਰੀਦ ਦਾ ਸ਼ਕਰਗੰਜ, ਮਿੱਠਾ ਲੱਗਣ ਲੱਗ ਗਿਆ। ਮਾਂ ਦਾ ਕਿੱਡਾ ਰੋਲ ਹੈ। ਮਾਤਾ ਦਾ ਬਾਬਾ ਫਰੀਦ ਹੈ, ਬੱਚਾ ਹੈ ਛੋਟਾ ਜਿਹਾ। ਰੋਜ਼ ਬੇਟਾ ਤੂੰ ਨਮਾਜ਼ ਪੜ੍ਹਿਆ ਕਰ। 16 ਸਾਲ ਦੀ ਉਮਰ ਤੱਕ ਪੂਰੀ ਦੀ ਪੂਰੀ ਕੁਰਾਨ ਹਿਫਜ਼ ਕਰ ਲਈ ਸੀ ਬਾਬਾ ਫਰੀਦ ਸਾਹਿਬ ਨੇ, ਯਾਦ ਕਰ ਲਈ ਸੀ। ਪਰ ਮਾਂ ਦਾ ਰੋਲ ਹੈ। ਮਾਂ ਕਹਿੰਦੀ ਫਰੀਦ ਅੱਲਾ ਅੱਲਾ ਕਰਿਆ ਕਰ ਰੋਜ਼। ਮਾਂ ਅੱਲਾ ਕੀ ਦੇਗਾ? ਹੁਣ ਇੱਥੇ ਦੇਖਿਓ, ਧਿਆਨ ਦੇਣਾ। ਅੱਲਾ ਤੈਨੂੰ ਸ਼ੱਕਰ ਦੇਗਾ। ਬਾਬੇ ਫਰੀਦ ਦੀ ਮਾਂ ਝੂਠ ਬੋਲ ਰਹੀ ਹੈ, ਪਰ ਬਹੁਤ ਵਾਰੀ ਬੋਲਿਆ ਹੋਇਆ ਝੂਠ ਸੱਚ ਨੂੰ ਕਿਤੇ ਵਧੀਆ ਹੁੰਦਾ ਹੈ, ਪਰ ਹੋਵੇ ਪਰਉਪਕਾਰ ਦਾ। ਪਰ ਬੋਲਿਆ ਹੋਇਆ ਕਈ ਵਾਰੀ ਸੱਚ ਗੰਗੂ ਵਰਗਿਆਂ ਦਾ ਬੋਲਿਆ ਨਾ ਸੱਚ ਆ ਕੇ ਵੀ ਬੱਚੇ ਮੇਰੇ ਕੋਲੇ ਨੇ, ਸੱਚ ਹੀ ਸੀ, ਪਰ ਇਹ ਸੱਚ ਕਿਤੇ ਪਾਪ ਤੋਂ ਕਿਤੇ ਖਤਰਨਾਕ ਹੈ। ਕਹਿਣ ਲੱਗੇ ਮਾਂ ਰੋਜ਼ ਕਹਿੰਦੀ ਹੈ ਤੂੰ ਅੱਲਾ 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 ਕਰਦਾ ਹੈ। ਜਿਸ ਜਗ੍ਹਾ 'ਤੇ ਬੈਠਦਾ ਹੈ, ਮੁਸੱਲੇ 'ਤੇ ਬੈਠਦਾ ਹੈ, ਉਹਦੇ ਥੱਲੇ ਸ਼ੱਕਰ ਰੱਖ ਦਿੰਦੀ ਹੈ ਮਾਂ। ਹੁਣ ਰੋਜ਼ ਉੱਠਦਾ ਹੈ, ਬੱਚੇ ਨੂੰ ਕੀ ਹੁੰਦਾ? ਮਿੱਠਾ ਚਾਹੀਦਾ ਹੈ। ਰੋਜ਼ ਖੰਡ ਖਾਂਦੇ, ਸਾਰੇ ਖਾਂਦੇ ਨੇ, ਮਿੱਠਾ ਜ਼ਿਆਦਾ ਖਾਂਦੇ ਨੇ। ਮੈਨੂੰ ਅੱਜ ਵੀ ਯਾਦ ਹੈ, ਸਾਡੇ ਵੇਲੇ ਹੁਣ ਵੀ ਉਦੋਂ ਡੀਪੂ ਤੋਂ ਖੰਡ ਜ਼ਿਆਦਾ ਮਿਲਦੀ ਹੁੰਦੀ ਸੀ। ਅਕਸਰ ਡੀਪੂ ਤੋਂ ਜਾਣਾ ਲੈਣ, ਮੈਨੂੰ ਕਰਦੇ ਨੇ ਕਹਿਣਾ ਜਾ ਲੈ ਕੇ ਆ। ਉਹ ਝੋਲਾ ਭਰ ਦਿੰਦੇ ਸੀ ਨਾ, ਕਾਫੀ ਵਾਰ ਦੇ ਝੋਲੇ 'ਚ ਪਾ ਲਿਆਈ। ਜਦੋਂ ਪਾ ਲੈਣੀ ਇਸ ਤਰ੍ਹਾਂ ਕਾਸੇ 'ਚ ਮੈਂ ਝੋਲਾ ਪਾ ਲੈਣਾ, ਇੱਧਰੋਂ ਖਾਣੀ ਅਤੇ ਆਉਂਦੇ ਆਉਂਦੇ ਖਾਂਦੇ ਹੀ ਆਉਣਾ। ਅਤੇ ਘਰਦਿਆਂ ਨੇ ਕਹਿਣਾ ਵੀ ਤੇਰਾ ਜਿਹੜਾ ਨਾ ਮੂੰਹ ਲਿਬੜਿਆ ਸ਼ੱਕ ਪੂਰੀ। ਨਾ ਨਾ ਬਿਲਕੁਲ ਨਹੀਂ ਖਾਧੀ, ਮਾੜੀ ਜਿਹੀ ਖਾਧੀ ਸੀ। ਖਾ ਲੈਣੀ, ਜਿੰਨਾ ਸਮਾਂ ਲੱਗਣਾ ਉਨੀ ਖਾਣੀ। ਮਿੱਠਾ ਚੰਗਾ ਲੱਗਦਾ ਬੱਚਿਆਂ ਨੂੰ। ਫਰੀਦ ਦੀ ਮਾਂ ਸ਼ੱਕਰ ਦੇ ਰਹੀ ਹੈ ਰੋਜ਼। 2-4 ਦਿਨ ਬੀਤ ਗਿਆ ਸਮਾਂ ਸ਼ੱਕਰ ਖਾਂਦੇ ਨੂੰ। ਅੱਜ ਬਾਬਾ ਫਰੀਦ ਜੀ ਇੰਨੇ ਆਨੰਦ 'ਚ ਸੀ, ਅੱਜ ਉੱਠੇ, ਅੱਜ ਥੱਲਿਓਂ ਚੱਕ ਕੇ ਸ਼ੱਕਰ ਨਹੀਂ ਵੇਖੀ, ਉੱਠ ਕੇ ਤੁਰ ਪਏ।
तुर पै। तो माँ पुछदी है भी कोई गड़बड़ हो गई अज। पुछदी है फरीद पुत अज अल्लाह ने शक्कर नहीं दी? नहीं माँ रोज़ शक्कर खाई दी है। हुण शक्कर का स्वाद नहीं लग रहा, क्यों? हुण अल्लाह का नाम मिठा लगना ना, इस तो होर कोई मिठी चीज़ नहीं हैगी जिहड़ी इदों वध मिठास देवे। पुत वो तो अल्लाह ही है, इदों वड्डा होर की मिठा सकदा। मैं क्या ना फिर बाणी च शक्कर खंड नवात गुड़ माखियों माझा दुध सबे वस्तु मिठियाँ, सारियां ही मिठियाँ ने, पर रब न पुजन तुत। रब नहीं पुज सकता तेरे तक। गुरु महाराज कहते ये है मिठास नाम दी। जिस बंदे नूं नाम दी मिठास आउण लग जाती है ना, वो अंदरों पाप जांदा लगता है। वो अंदरों कड़वापन, कौड़ापन, ईरखा, निंदिया, चुगली, साड़ा ये निकल जाएगा। दो ही चीज़ां रहिंदियां ने। जिहदी जबान कौड़ी हुंदी है ना, उन्होंने फिर चाह भी नहीं मिठी लगती। सौखी जी एग्जाम्पल है ना, घरे चाह बनाई, एक बंदा बीमार है, बुखार चढ़ा, उन्होंने चाह दे दो, लाओ। नहीं नहीं मैं नहीं पीनी, क्यों? चाह कौड़ी है। सारा टब्बर कहता चाह वधी है, वो क्यों कौड़ी कहता? बोलो, ਉਹਦੀ जीभ कौड़ी है। चाह नहीं कौड़ी हैगी, ਉਹਨੂੰ ही कौड़ी लगती है। चाह वही है, खाण वाले ते फर्क पै रहा। नाम तो वही है भाई। मैं अक्सर ही कहना जपजी साहब वही है जिन्होंने बाबे लैणे ने पढ़िया सी। यही जपजी साहब वो है जेड़ा गुरु नानक साहब ने पढ़िया सी। यही जपजी वो है जेड़ा गुरु गोबिंद सिंह पढ़ते रहे ने, तो वही जपजी है जेड़ा असी पढ़ते हैं ना। साढ़े उदों भी फिर भी यही मन बाबा जी जपजी साहब बथेरा पाठ करते हैं, मन ही नहीं लगता। तुसीं ये दसो भी माफ़ी चाहांगा, दवाई तो कोई खा ले ना, दवाई च थोड़ी नुक्स हुंदा है। चाह तो सारे पी रहे ने, हुण भाई तेरी जवान ही कौड़ी है तो फिर नाम मिठा भी कौड़ा लगता है। बाणी बड़ी मिठी है। कल पढ़िया सी ना, अमृत धारी हमरी प्यारी अमृत धारी गुरनिमख न मनते टारी दे। ये अमृत धार है, रस दी भरी हुई है, अमृत है इहदे विच। अमृत तुहानूं पता है ना किहड़ी जी मिठास, पर नहीं आ रहा है। हर हर मीठा किमें लगे, नाम तो जपदे मिठा नहीं लगन लग्या। अजे जदों मिठा लग गया स्टैप चेंज हो जाना। सतगुरु जी कहते हर दूजड़ी लाभ सतगुर पुरख मिलाया। पुरख मिलता है, सतगुर पुरख मिलाया। बलराम जी एक बेनती होर करा ये हुण गल तो लावां दी हो रही है, तो एक बच्चा बैठा एक बच्ची, नर ते मद एवें कहने इस्त्री पुरुष, पर इत्थे तो सतगुर पुरख थर्ड पुरख खोर एंटर हो रहा। मिलाया समझना, मैं वो चेते रखनी है पंक्ति कि धन पिर ए ना आखिए बहने इकट्ठे होए। एक जोत दोए मूर्ति, बाहरों तो दो मूर्तां ने, अंदर दोनों च जोत इक्को ही है। दोने आत्मावां ने, जिन्हां आत्मावां ने परमेश्वर पुरख नाल आनंद कारज लेने ने, उन्हां दी वार्ता हो रही है। हुण पर ध्यान देना इत्थे हर दूजड़ी लाभ दे विच चेता रखना सतगुर पुरख मिलेगा। जिहड़ा सतगुर पुरख दा मिलना है ना, ये बहुत वड्डी गल है। फिर वापस आओ, लावां नूं सक्सैस करन लई, आनंद कारजां नूं सफल करन लई की चाहीदा? सतगुर पुरख। जिवें मैं रात कह रहा सीगा, गुरु की करदा है, जिवें कहा सी ना भी देग बना के लियाओ भाई, आप ना झगड़े च पाओ। तुहाडे कोले कसवट्टी तो चाहिए ना भी किहड़ी गल ते कह सकदा। हुण यही हुंदा ना, शक कर रहा है, घरे चाह आ झेड़ा हो रहा है, एवें हो रहा जी, मेरे नाल एवें हो रहा। उन्हां लई की कसवट्टी है? किहड़ी सच दी कसवट्टी है? वो कहते मेरी माँ नूं पता, कहते तेरी माँ तो तेरी करेगी। वो कहते मेरी माँ पता, तेरी माँ तेरी करती है। एवें हुंदा ना घरां च कलेश आपस विच ही। पर ध्यान दो, जदों थर्ड आएगा सतगुर पुरख, वो कहते तू किसी नूं ना पुछ, आ जिहदे लावां लईआं सी उहदे कोले चल, सतगुरु नूं पुछ। सतगुर पुरख बैठा है विचकार साडे।
मैं तो वो तो बिना असी स्टैप ही नहीं पढ़ सकते। देखो ना, मैं सपोज फिर मैं वही गल कह रहा, मान लो बच्चा कहता है मेरी माँ गल कहती है सही है, यही झगड़े होंगे ने जो भी झगड़े आपस में होंगे। वो कहते मेरी माँ जी गल कहती सही, माँ थोड़ी झूठ बोलेगी। वो कहती तेरी माँ झूठ बोलती, मैं थोड़ी झूठ बोलती हाँ। हुण ध्यान दो, वो कह ये गल है भी देखो जी, ना मैं तेरी माँ नूं पुछा ना मैं आपदी माँ नूं पुछा, किनूं पुछीए? जिहड़ी साडी दोनां दी माँ गुरबाणी माँ गुरु ग्रंथ साहिब, उहदे कोले आ जाओ। गुरु ग्रंथ साहिब कदे झूठ, माँ तो बोल सकती है, माँ तो कर सकती है, अपने पुत की भी कर सकती है, पर गुरु ग्रंथ साहिब का जिहड़ा धर्म दृढ़ किया होवेगा, जिहड़ा आपां कल कह रहे सी, जिहड़े गुरु ग्रंथ साहिब महाराज की बाणी के बोल पक्के किए होणगे, वो तो किवें भज्जांगे सी? तो सतगुर पुरख मिलाया बलराम जीओ, पहला उस रब जी ने तेनों सतगुरु नूं मिला दिता, क्योंकि सतगुरु ने ही तेनों उहदे नाल मिलाउणा है। हजे लामा नहीं हुई, हजे पहली लाम है, पहली लाम तो आरंभ है, आरंभ काज दस्या है। अद्धे घंटे च लावां हो जांदियां ने। हो सकता है लावां दा जिहड़ा परमेश्वर नाल मिलाप है कई जन्मां च होवे। मैं रात भी कह रहा सी, ये है जदों ऐसे जन्म च, सपोज करो मैं आपदी गल करदा, मैनूं तां हजे तक नाम नहीं मिठा लगन लग्या, पहली लाम है। याद है मैं तुहानूं उस दिन भी कह रहा सी, वो सिंह नूं पुछया, कहंदा मेरी तो पहली लाम हो गई। इन्ना उहदा मैं गल करन लग्या, वो की करदा बस इस तरह उन्हें बह जाना, 2 घंटे बैठे, अद्धा घंटा बैठे, घंटा बैठे बाणी सुन रहा, लंगर च बैठा है चुप, बड़े आनंद च लंगर छक रहा, बोल बहुत घट ने। इत्थे थोड़ी उठण सार गल्लां शुरू हो जांदियां ने, कथा का रस गया, कीर्तन रस गया, नाम का रस है तो अंदर भरिया होना चाहिए, बाणी का रस है, नितनेम करके सारी दिहाड़ी आनंद चढ़िया होना चाहिए, मिठा लग्या हो ना। एक गल शायद जिन्हें तुहाडे चों अमृत छकिया होवे उन्होंने ये गल पता होएगी, जदों दास ने छकिया सी, मैनूं भी याद है, मैं आलमगीर साहब अमृत छकिया सी, 5-7 दिन हफ्ता एक इस तरह की सरूर जा चढ़िया रहा, आनंद जा चढ़िया रहा। क्या बात है, इस तरह का होंदा क्यों? वो रस नूं बाणी राही संभालना सी, उही रस सी जिहड़ा खंडे च बाणी गई है, बाणी का रस सी। अब सिख सतगुर के प्यारे गावो सच्ची बाणी, बाणी तो गावो गुरु केरी बाणी है सिर बाणी, जिनको नदर कर्म होवे हिरदे तेरा समाणी पीवो। गल शुरू हुई सी सुन तो, आवो सिख सतगुर के प्यारिओ गावो, गाउण तो गल शुरू होंदी है, पर गल तो अमृत के पीण ते पहुँच गई इक्को ही शब्द च। ਇਹਦਾ मतलब ये है गाया भी पीता जाता है, गाया भी पीता जाता है, पर गा के फिर दे तिना समाणी। पीवो अमृत सदा रहो, हर रंग सदा रहना है, सदा उस रंग च रहना है। ये थोड़ी है भी घंटा नितनेम किया, मैं अक्सर ही कहना हुन्ना, तो जाते जाते अद्धा घंटा कथा की माफ़ी चाहांगा किसी की निंदा करती, दसो रस किहदा रहू? फिर दुध च चंगे भले च लस्सी पा दी, रस कित्थों रह गया? हरि का नाम मिठा लगता है, पर जद तेरे को सतगुर पुरख विचकार आ गया। सतगुर जी कहते हर दूजड़ी लाभ सतगुर पुरख मिलाया बलराम जीओ, ये रोल अदा करना है गुरु ने, सतगुरु पुरख ने। जद तेरी लाइफ दे विच कुछ ढिल मस हुंदी है डोर, तो चेता रखी गुरु नूं लैना। क्यों? मैं नहीं किसी ते यकीन करता, तू भी ना किसी जिते आपां आनंद कारज लए ने उते यकीन है। होर इनू खुलासा करना, महाराज कहते अगे फिर की होगा, निरभौ पै मन होए, निरभौ पै मन होए, इत्थे विश्राम आ, मैं गलत पढ़िया, निरभौ पै मन होए, हौमे मैल गवाया, हौमे इधर नहीं जुड़ती, हौमे मैल गवाया बलराम जीओ। जिहड़ी हौमे की मैल सी ना, हुण जदों मैनूं गुरु मिलिया, हुण ध्यान दिओ, मैं पहले ही बेनती की है भी जिहड़े बच्चे डर विच ने, डर का मतलब की आ, है नहीं भी डरना, डर का इत्थे दो डर आने, एक निरभौ एक निर्मल भौ, दोने इसे ही इस आलाम दे विच आउणगे।
गुरु का भौ है, गुरु का डर है। जिमें बच्चे नूं डर है, छोटी जी एग्जाम्पल देना, कहते दो नौजवान किते रह रहे सी, होस्टल च रह रहे सी, पढ़ाई करते सी। जिहड़ा नाल दा ग्रुप सी बड़ा खतरनाक सी, पूरा हो गया गलत हो गया, गोलियां चलाउणियां, नशे खाने, जो भी खाना, परवाह नहीं। वो दो ही नौजवान, दोनों भरा ने, दोनों भरा। तो जो छोटा सी ना, वो बड़े ने कितने कहता भी क्यों ना यार आपां भी तो इन्हां वांगू ऐश करिए, खाइए पीए जो मर्जी करिए, लड़े चढ़े, कितने प्रभाव मानते। कहते नहीं 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 गलत है, कुछ नहीं हुंदा। कहते नहीं, जे बापू नूं पता लग गया। वो कहते बापू तो 200 किलोमीटर दूर है, बापू कद आया उन्हें पता लग गया। फिर वो कहता नहीं नहीं देखो मेरी गल सुनो, कुछ नहीं हुंदा, आपां इस तरह ही ना मूंगे ऐश करदे आ। वो कहता नो, जे बापू नूं पता लग गया, पता की करेगा बापू? छोटा कहता हाँ गल तो मेरी तेरी ठीक है, उन्हें तो गल नहीं पुछनी, राउंड पाउणा है, बंदूक दे विच सानू दोनों नूं खड़ा के गोली मार देनी है, मार देना। डर है ना छोटे नूं, बापू नूं जे पता लग गया। दूजा कहता नहीं, गोली सानू मार देगा, कोई गल नहीं, बापू नूं जे पता लग गया ना भी मेरे पुत्ता ने एवें कीता, पता की करेगा हो? और रिवाल्वर च राउंड पाएगा, अपने आप नूं गोली मार लेगा। मैनू इस गल का डर है, मैनू इस गल का डर है, मैं गलत काम नहीं करना। बापू 200 किलोमीटर दूर है, डर किहदा? बापू का इत्थे भी सतारिया। ये निर्मल भौ है। गुरु ग्रंथ साहिब महाराज गुरुद्वारे लावां हो गई, मैनू चेता रहेगा राह हमेशा, वो नाल चलेगा। वो डर है, गुरु मेरे नाल, गुर मेरे संग, बोलो गुर मेरे संग, जिहदे मैं नाल लावां नहीं है, जिहदे कोल जाके, वो तो मेरे सदा नाल है। तो जे नाल वो तो डर होएगा कि नहीं? तो जे डर होएगा फिर क्यों किसी ने झगड़ा करेगा? फिर वो किमें कोई गलत करेगा? फिर वो पत्नी जा पति किमें गलत होएगा? आई है गुरु महाराज कहते समा हो गया, इत्थों ही कल विचार आरंभ करांगे निरपौ पाली। दूजी पंक्ति, एक पंक्ति की विचार कि सतगुरु का होना जिंदगी च कितना जरूरी है। आ है सतगुरु का, जैसा सतगुर तैसो ही मैं डीठ। ये मैं देखा अज पता लगे भी सतगुर ऐसा है, जैसा सतगुर सुनेंदा, जैसा सतगुर सुनेंदा, तैसो ही मैं डीठ, तैसो ही मैं डीठ।